ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਣੀ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਵੱਡੀ ਖਬਰਾਂ ਟੌਪ ਦੀਆਂ ਦੇ ਵਿੱਚ, ਜਿਸ ਉੱਤੇ ਪੂਰੀ ਦੇਸ਼ ਦੁਨੀਆ ਭਰ ਦੇ ਪੰਜਾਬੀਆਂ ਦੀ, ਆਮ ਲੋਕਾਂ ਦੀ ਵੀ ਨਜ਼ਰ ਸੀ ਕਿ ਹੁਣ ਕਿਸਾਨਾਂ ਦੀ ਕੇਂਦਰ ਦੇ ਨਾਲ ਇੱਕ ਵਾਰ ਫਿਰ ਤੋਂ ਮੀਟਿੰਗ ਹੋਈ। ਮੀਟਿੰਗ 'ਚ ਕੀ ਕੁਝ ਹੋਇਆ, ਉਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਅੱਗੇ ਕੀ ਕੁਝ, ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਰਣਨੀਤੀ ਘੜਨੀ ਚਾਹੀਦੀ ਹੈ, ਜਾਂ ਕਿਸ ਤਰ੍ਹਾਂ ਦੀਆਂ ਤਲਖੀਆਂ ਜਿਹੜੀਆਂ ਮੀਟਿੰਗ ਦੇ ਵਿੱਚ ਨਿਕਲ ਕੇ ਸਾਹਮਣੇ ਆਈਆਂ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਜੀ, ਕਿਸ ਤਰ੍ਹਾਂ ਦੇਖਦੇ ਹੋ ਅੱਜ ਦੀ ਮੀਟਿੰਗ? ਦਿਨ ਭਰ ਨਜ਼ਰ ਆ ਰਹੀਆਂ, ਪਹਿਲਾਂ ਜਿਹੜੀ ਮੀਟਿੰਗ ਹੋਈ ਉਸ ਤੋਂ ਬਾਅਦ ਲੱਗ ਰਿਹਾ ਸੀ ਕਿ ਸੁਖਾਵਾਂ ਮਾਹੌਲ ਹੋਏਗਾ, ਪਰ ਗੱਲ ਫਿਰ ਉੱਥੇ ਦੀ ਉੱਥੇ ਲਟਕੀ ਹੈ। ਬਿਲਕੁਲ ਜਿੱਦਾਂ ਆਸ ਲੱਗੀ ਹੋਈ ਸੀ ਸੁਖਵਿੰਦਰ ਕਿ ਇਸ ਵਾਰ ਸ਼ਾਇਦ ਮੀਟਿੰਗ ਦੇ ਵਿੱਚ ਕੁਝ ਅੱਛਾ ਨਿਕਲ ਕੇ ਆਏਗਾ। ਸ਼ਾਇਦ ਜਿਹੜੇ ਕਿਸਾਨ ਨੇ ਉਹ ਨਵਾਂ ਸਾਲ ਜਾਂ ਦੀਵਾਲੀ ਤਾਂ ਨਹੀਂ ਘਰੇ ਮਨਾ ਸਕੇ, ਸ਼ਾਇਦ ਲੋਹੜੀ ਜਾ ਕੇ ਮਨਾ ਲੈਣ ਘਰੇ, ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ। ਸਰਕਾਰ ਦਾ ਜਿਹੜਾ ਅੜੀਅਲ ਰਵੱਈਆ ਉਹ ਜਿਉਂ ਦਾ ਤਿਉਂ ਹੈ, ਟਸ ਤੋਂ ਮਸ ਨਹੀਂ ਹੋਣ ਚਾਹ ਰਹੀ ਸਰਕਾਰ। ਹਾਲਾਂਕਿ ਉੱਥੇ ਦੇਖੋ ਕਿੰਨੀਆਂ ਮੌਤਾਂ ਵੀ ਹੋ ਚੁੱਕੀਆਂ ਨੇ, ਠੰਡ ਦਾ ਨਾ ਸਹਾਰਦੇ ਹੋਏ, ਜਾਂ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਹਾਰਟ ਅਟੈਕ ਆ ਗਏ ਆ, ਜਾਂ ਕੁਛ ਲੋਕ ਜਿਹੜੇ ਜਾ ਰਹੇ ਸੀ ਅੰਦੋਲਨ 'ਚ ਸ਼ਾਮਲ ਹੋਣ ਜਾਂ ਅੰਦੋਲਨ 'ਚੋਂ ਮੁੜ ਰਹੇ ਸੀ, ਉਹਨਾਂ ਦਾ ਐਕਸੀਡੈਂਟ ਵੀ ਹੋਇਆ। ਉਹ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰੇਗਾ। ਜਾਣੀ ਕਿ ਜਿਹੜੇ ਲੋਕ ਹਿੱਤ ਨੇ ਜਾਂ ਲੋਕ ਹੱਕ ਨੇ, ਜਿਹੜੇ ਉਹਨਾਂ ਨੂੰ ਛਿੱਕੇ ਟੰਗ ਕੇ ਜਿਹੜੇ ਹੈਗੇ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਜਿਹੜੀ ਹੈਗੀ ਆ ਉਹ ਆਪਣੀ ਅੜੀ ਤੇ ਖੜੀ ਆ। ਉਹ ਜਿੱਦਾਂ ਆਪਾਂ ਕਹਿੰਦੇ ਆ ਕਿ ਪਾਵਰ ਦਿਖਾਉਣ ਦੀ ਰੌਂ ਵਿੱਚ ਆ ਰਹੀ ਹੈ, ਪਾਵਰ ਦਿਖਾ ਰਹੀ ਹੈ ਕਿ ਸਰਕਾਰ ਦੀ ਪਾਵਰ ਕੀ ਹੁੰਦੀ ਹੈ। ਤੇ ਉਹ ਚੀਜ਼ਾਂ ਅੱਜ ਫੇਰ ਦੁਬਾਰਾ ਮੀਟਿੰਗ ਦੇ ਵਿੱਚ 8 ਵਾਲੀ ਮੀਟਿੰਗ 'ਚ, ਜਿਹੜਾ 8ਵਾਂ ਦੌਰ ਸੀਗਾ ਇਹ ਮੀਟਿੰਗ ਦਾ, ਇਹਦੇ ਵਿੱਚ ਬਕਾਇਦਾ ਤੌਰ 'ਤੇ ਦੇਖਣ ਨੂੰ ਮਿਲੀ ਹੈ। ਸਰਕਾਰ ਦੀ ਪਾਵਰ ਦੇਖਣ ਨੂੰ ਮਿਲੀ ਹੈ। ਲੋਕਾਂ ਨੂੰ ਐਂ ਕਹਿ ਲਓ ਹਰਾਸ਼ ਕਰਕੇ ਕਿਸ ਤਰ੍ਹਾਂ ਲੋਕਾਂ ਦੇ ਗਲੇ ਘੁੱਟੇ ਜਾਂਦੇ ਨੇ, ਕਿਸ ਤਰ੍ਹਾਂ ਲੋਕਾਂ ਨੂੰ ਦੱਬਿਆ ਜਾਂਦਾ, ਕੁਚਲਿਆ ਜਾਂਦਾ, ਉਹਨਾਂ ਦੇ ਹੱਕਾਂ ਨੂੰ ਕਿਵੇਂ ਖਤਮ ਕੀਤਾ ਜਾਂਦਾ, ਉਹ ਸਾਫ਼ ਝਲਕਿਆ ਇਹਦੇ ਵਿੱਚ। ਔਰ ਤਲਖੀ ਵੀ ਜਿਹੜੀ ਹੈਗੀ ਇਸ ਵਾਰ ਦੇਖੀ ਹੈ, ਉਹ ਮਤਲਬ ਐਂ ਕਹਿ ਲਓ ਕਿ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਾਂ ਕਿਸੇ ਤਰੀਕੇ ਨਾਲ ਸਰਕਾਰ ਵੱਲੋਂ ਇੱਕ ਤਰ੍ਹਾਂ ਦਾ ਇਹ ਦਿਖਾਇਆ ਗਿਆ ਕਿ ਤੁਸੀਂ ਜੋ ਕਰਨਾ ਕਰ ਲਓ, ਫਿਰ ਅਸੀਂ ਤਾਂ ਖੜੇ ਹਾਂ, ਕਾਨੂੰਨ ਰੱਦ ਨਹੀਂ ਹੋਣੇ। ਹਾਲਾਂਕਿ ਪਹਿਲਾਂ ਵੀ ਬਿਆਨ ਆ ਚੁੱਕੇ ਸੀਗੇ, ਲੇਕਿਨ ਫਿਰ ਕਿਸਾਨ ਜਿਹੜੇ ਹੈਗੇ ਉਹ ਇੱਕ ਤਰ੍ਹਾਂ ਵਿਸ਼ਵਾਸ ਕਰਕੇ ਫਿਰ ਗਏ ਸੀਗੇ ਕਿ ਚਲੋ ਕਿਸੇ ਤਰੀਕੇ ਨਾਲ ਵਿਸ਼ਵਾਸ ਕਰਕੇ ਗੱਲਬਾਤ ਕੀਤੀ ਜਾਵੇ ਅੱਗੇ। ਲੇਕਿਨ ਜਿਵੇਂ ਰਾਜੇਵਾਲ ਬੋਲੇ ਆ ਉੱਥੇ, ਤੋਮਰ ਨਾਲ ਉਹਨਾਂ ਦੀ ਤਲਖੀ ਵੀ ਹੋਈ ਆ, ਤੇ ਉਹਨਾਂ ਨੇ ਦੋਸ਼ ਵੀ ਲਾਏ ਆ ਕਿ ਬੀਜੇਪੀ, ਜਿਹੜੇ ਪੰਜਾਬ ਦੇ ਬੀਜੇਪੀ ਆਗੂ ਨੇ, ਉਹ ਗਾਲਾਂ ਕੱਢ ਰਹੇ ਨੇ ਕਿਸਾਨਾਂ ਨੂੰ। ਔਰ ਉਹ ਇਹ ਮਤਲਬ ਐਂ ਕਹਿ ਲਓ ਕਿ ਆਪਾਂ ਕਹਿ ਸਕਦੇ ਕਿ ਸ਼ਰਮ ਆਉਣੀ ਚਾਹੀਦੀ ਹੈ ਇੱਦਾਂ ਦੇ ਆਗੂਆਂ ਨੂੰ, ਜਾਂ ਇੱਦਾਂ ਦੇ ਮੰਤਰੀਆਂ ਨੂੰ, ਜਾਂ ਕੈਬਨਿਟ ਨੂੰ, ਜਾਂ ਸਰਕਾਰ ਨੂੰ, ਜਿਹੜੀ ਇੱਕ ਹੱਕੀ ਮੰਗ ਦੇ ਲਈ ਬੈਠੇ ਨੇ ਲੋਕ, ਉਹਨਾਂ ਨੂੰ ਗਾਲਾਂ ਕੱਢ ਰਹੀ ਹੈ, ਜਾਂ ਉਹਨਾਂ ਨੂੰ ਜਲੀਲ ਕਰਨ ਤੇ ਉਤਰੀ ਹੈ, ਜਾਂ ਉਹਨਾਂ ਨੂੰ ਇੱਦਾਂ ਟੌਰਚਰ ਕਰ ਰਹੀ ਹੈ। ਸੋ ਅੱਜ ਦੀ ਮੀਟਿੰਗ ਵੀ ਆਪਾਂ ਕਹਿ ਲਓ ਕਿ ਬੇਸਿੱਟਾ ਰਹੀ ਹੈ, ਸਿਰਫ ਐ ਕਿ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹੀ ਬਾਰ-ਬਾਰ ਆਪਾਂ ਗੱਲ ਕਰ ਰਹੇ ਹਾਂ ਕਿ ਸਰਕਾਰ ਇਸ ਗੱਲ ਦੀ ਵੇਟ ਕਰ ਰਹੀ ਹੈ, ਤੇ ਇਸ ਗੱਲ ਦੀ ਐ ਕਹਿ ਰਹੀ ਕਹ ਲਓ ਇੰਤਜ਼ਾਰ ਕਰ ਰਹੀ ਹੈ ਕਿਸੇ ਤਰ੍ਹਾਂ ਅੰਦੋਲਨ ਦੇ ਵਿੱਚ ਕਿਸ ਤਰ੍ਹਾਂ ਘੁਸਪੈਠ ਹੋ ਸਕਦੀ ਹੈ, ਔਰ ਕਿਸ ਤਰ੍ਹਾਂ ਜਿਹੜਾ ਹੈਗਾ ਲੋਕ ਅੰਦੋਲਨ ਇਹਨੂੰ ਠੱਪ ਕੀਤਾ ਜਾ ਸਕਦਾ। ਜਿਵੇਂ ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਜਿਹੜਾ ਭੰਡੀ ਪ੍ਰਚਾਰ ਲਾ ਲਓ, ਕਿ ਉਹਨਾਂ ਦੇ ਖਿਲਾਫ ਸ਼ਬਦਾਵਲੀ ਜਿਹੜੀ ਹੈ ਇਸ ਤਰ੍ਹਾਂ ਦੀ, ਇਹ ਵੀ ਮੰਨ ਲਿਆ ਜਾਵੇ, ਕਿਉਂਕਿ ਜੋ ਕੇਂਦਰ ਦਾ ਇਸ਼ਾਰਾ ਹੁੰਦਾ ਕਿਸਾਨ ਆਗੂਆਂ ਨੂੰ, ਜਾਂ ਜਿਹੜੇ ਬੀਜੇਪੀ ਦੇ ਆਗੂ ਨੇ, ਉਹ ਉਹੋ ਜਿਹੀ ਸ਼ਬਦਾਵਲੀ ਵਰਤਦੇ ਨੇ। ਜੇ ਉਹ ਜੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲਬਾਤ ਕਰਕੇ ਕੀ ਪਤਾ ਲੱਗਦਾ ਉੱਪਰੋਂ ਇਸ਼ਾਰਾ ਹੋਵੇ, ਉਹ ਤਾਂ ਆਪ ਕਹਿੰਦੇ ਨੇ ਕਿ ਸਾਡੇ ਜੋ ਉੱਪਰਲੇ ਹੁਕਮ ਕਰਨਗੇ, ਜੋ ਸਾਨੂੰ ਕਹਿੰਦੇ ਨੇ ਅਸੀਂ ਅੱਗੇ ਦੱਸ ਦਿੰਦੇ ਹਾਂ। ਫਿਰ ਗੱਲ ਤਾਂ ਇਹੀ ਹੈ ਨਾ ਕਿ ਤਾਰ ਕਿਤੋਂ ਨਾ ਕਿਤੋਂ ਉੱਤੋਂ ਖੜਕ ਰਹੀ ਹੈ। ਇਹ ਤਾਂ ਹੈ ਹੀ ਹੈ ਸੁਖਵਿੰਦਰ। ਆਪਾਂ ਦੇਖੋ ਪ੍ਰਧਾਨ ਮੰਤਰੀ ਹੁਣ ਤੱਕ ਨਹੀਂ ਆਏ ਕਿਸਾਨਾਂ ਕੋਲ। ਮਨ ਕੀ ਬਾਤ ਕਰਨ ਲਈ ਟੀਵੀ ਤੇ ਤਾਂ ਬੈਠ ਜਾਂਦੇ ਨੇ, ਰੇਡੀਓ ਤੇ ਆ ਜਾਂਦੇ ਨੇ, ਤੇ ਕਿਸਾਨਾਂ ਨਾਲ ਨਹੀਂ ਗੱਲ ਹੋ ਸਕਦੀ। ਉਹਨਾਂ ਦਾ ਮਤਲਬ ਮਨਸ਼ਾ ਤਾਂ ਸਾਫ਼ ਹੀ ਦਿਖ ਰਹੀ ਹੈ ਨਾ। ਜਦੋਂ ਤੱਕ ਪ੍ਰਧਾਨ ਮੰਤਰੀ, ਹੁਣ ਤੱਕ ਉਹ ਕਹੀ ਜਾ ਰਹੇ ਨੇ ਕਿ ਕਾਨੂੰਨ ਲੋਕਾਂ ਦੇ ਹੱਕ 'ਚ ਨੇ। ਈਵਨ ਕਿ ਇੱਥੋਂ ਤੱਕ ਕਿ ਹੁਣ ਵੀ ਇਹਨਾਂ ਦੇ ਮੰਤਰੀ ਵੀ, ਉਹ ਪੰਜਾਬ ਦੇ ਮੰਤਰੀ ਵੀ, ਪੰਜਾਬ ਦੇ ਬੀਜੇਪੀ ਆਗੂ ਵੀ, ਉਹ ਵੀ ਕਹੀ ਜਾਂਦੇ ਨੇ ਕਿ ਕੁਛ ਸੰਗਠਨ ਹੈ ਜਿਹੜੇ, ਕਿਉਂਕਿ ਦੇਸ਼ ਲਈ ਕਾਨੂੰਨ ਬਣਾਇਆ, ਕੁਛ ਸੰਗਠਨ, ਕਿਸਾਨ ਸੰਗਠਨ ਨੇ ਜਿਹੜੇ ਉਹ ਇਹਦੇ ਹੱਕ 'ਚ ਨੇ। ਉਹ ਕਹਿੰਦੇ ਸਾਡੇ ਲਈ ਇਹ ਠੀਕ ਹੈ ਕਾਨੂੰਨ, ਤੇ ਇਸ ਕਰਕੇ ਇਹਨੂੰ ਕਾਨੂੰਨ ਰੱਦ ਨਹੀਂ ਕੀਤਾ ਜਾ ਸਕਦਾ। ਤੇ ਉਹ ਸੰਗਠਨ ਜਿਹੜੇ ਕੌਣ ਨੇ, ਕਿਹੜੇ ਸੰਗਠਨ ਨੇ, ਹੁਣ ਤੱਕ ਨਹੀਂ ਨਸ਼ਰ ਹੋਏ। ਉਹ 2-4 ਸੰਗਠਨ ਇਹਨਾਂ ਨੇ ਆਪਦੇ ਖੜੇ ਕੀਤੇ ਸੀਗੇ। ਜਦੋਂ ਕਿਸਾਨਾਂ ਨੇ ਵੰਗਾਰਿਆ ਕਿ ਆ ਕੇ ਦੇਖੋ ਤੁਸੀਂ ਸਟੇਜ ਤੇ ਬੋਲੋ, ਲੈ ਜਾਓ ਆਪਣੇ ਕਿਸਾਨਾਂ ਨੂੰ ਜਿਹੜੇ ਤੁਹਾਡੇ ਨਾਲ ਨੇ, ਲੇਕਿਨ ਕੋਈ ਨਹੀਂ ਅੱਗੇ ਆਇਆ। ਸੋ ਉਹ ਚੀਜ਼ਾਂ ਜਿਹੜੀਆਂ ਹੁਣ ਆਪਾਂ ਗੱਲ ਕਰਦੇ ਕਿ ਉੱਪਰੋਂ ਇਸ਼ਾਰਾ ਤਾਂ ਉੱਪਰੋਂ ਤਾਂ ਹੈ ਹੀ ਹੈ ਨਾ। ਉਹ ਤਾਂ ਗੱਲ ਇਹ ਹੈ ਕਿ ਉਹਨਾਂ ਨੂੰ ਟਾਲਣ ਦੀ, ਵਰਗਲਾਉਣ ਦੀ, ਨੇੜੇ ਲਾਉਣ ਦੀ ਲਾਲਚ ਦੇ ਕੇ, ਜਾਂ ਕੋਈ ਹੋਰ ਗੱਲ ਕਰਕੇ, ਜਾਂ ਇਹਨਾਂ ਦੇ ਵਿੱਚ ਆਪਸੀ ਦਫਾੜ ਪਾ ਕੇ ਕਿਸੇ ਤਰੀਕੇ ਨਾਲ ਉਹ ਕੋਸ਼ਿਸ਼ਾਂ ਚੱਲ ਰਹੀਆਂ ਨੇ। ਹੱਲ ਕਰਨ ਦੀ ਕੋਸ਼ਿਸ਼ ਨਹੀਂ ਹੈ। ਬਿਲਕੁਲ। ਅਗਲੀ ਮੀਟਿੰਗ ਜਿਹੜੀ ਹੈ ਉਹ ਪਰਮਿੰਦਰ ਜੀ 15
15 ਤਰੀਕ ਨੂੰ ਹੈ, ਤਕਰੀਬਨ ਹਫ਼ਤੇ ਬਾਅਦ ਜਿਹੜੀ ਉਹ ਮੀਟਿੰਗ ਫਿਰ ਤੋਂ ਦੁਬਾਰਾ ਹੋਣੀ ਹੈ। ਇਸ ਸਭ ਦੇ ਵਿਚਾਲੇ ਕਿਸਾਨਾਂ ਨੂੰ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਕੀ ਸੁਪਰੀਮ ਕੋਰਟ ਦੀ ਤੁਸੀਂ ਗੱਲ ਮੰਨੋਗੇ, ਜੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਧਰਨਾ ਚੁੱਕ ਲਓ, ਤਾਂ ਕਿਸਾਨ ਸਿੱਧੇ ਤੌਰ ਤੇ ਜਿਹੜਾ ਉਹ ਚੁਣੌਤੀ ਦੇ ਰਹੇ ਨੇ ਕਿ ਅਸੀਂ ਸੁਪਰੀਮ ਕੋਰਟ ਦੀ ਗੱਲ ਵੀ ਨਹੀਂ ਸੁਣਨੀ, ਅਸੀਂ ਸਿਰਫ ਇੱਕੋ ਗੱਲ ਕਹਿੰਦੇ ਆ ਕਿ ਜਾਂ ਤਾਂ ਮਰਾਂਗੇ ਜਾਂ ਫਿਰ ਅਸੀਂ ਜਿੱਤਾਂਗੇ, ਅਸੀਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੁੰਦੇ, ਖੇਤੀ ਕਾਨੂੰਨ ਰੱਦ ਕਰੋ। ਇਹ ਗੱਲ ਸਰਕਾਰ ਦੇ ਕੰਨਾਂ ਦੇ ਵਿੱਚ ਵਾਰ-ਵਾਰ ਗੂੰਜਦੀ ਹੈ, ਪਰ ਸਰਕਾਰ ਨੂੰ ਸਮਝ ਕਿਉਂ ਨਹੀਂ ਆ ਰਹੀ? ਕਾਰਪੋਰੇਟ ਦੇ ਹੱਥਾਂ ਵਿੱਚ ਖੇਡਿਆ ਜਾ ਰਿਹਾ, ਕਿਉਂ ਇਸ ਗੱਲ ਨੂੰ ਸਮਝਣ ਲਈ ਤਿਆਰ ਨਹੀਂ? ਦੇਖੋ, ਕਿਸਾਨ ਜਿਹੜੇ ਗੱਲ ਕਰ ਰਹੇ ਨੇ ਕਿ ਅਸੀਂ ਨਾ ਸੁਪਰੀਮ ਕੋਰਟ ਦੀ ਸੁਣੀਏ, ਨਾ ਹੁਣ ਸਰਕਾਰ ਦੀ ਸੁਣੀਏ, ਜਾਂ ਮਰਾਂਗੇ ਜਾਂ ਜਿੱਤਾਂਗੇ, ਉਹ ਗੱਲ ਇਸ ਕਰਕੇ ਹੈ ਨਾ। ਦੇਖੋ, ਹੁਣ ਅੱਜ ਇੱਕ ਦਿਨ ਦੀ ਖੇਡ ਹੁੰਦੀ, 2 ਦਿਨ ਦੀ ਹੁੰਦੀ, ਹਫ਼ਤੇ ਦੀ ਹੁੰਦੀ, ਚਲੋ ਮੰਨ ਲਿਆ ਜਾਂਦਾ। ਅੱਜ ਜਦੋਂ ਹੁਣ ਉੱਥੇ ਬੱਚੀਆਂ ਤੱਕ ਲੈ ਕੇ ਬੈਠੇ ਨੇ, ਗੜੇ ਪੈ ਲਏ, ਮੀਂਹ ਪੈ ਲਿਆ, ਪਾਣੀ ਦੀਆਂ ਬੁਛਾਰਾਂ, ਡਾਂਗਾਂ, ਸੜਕਾਂ ਪਟਵਾ ਕੇ, ਰਸਤੇ ਰੋਕ ਕੇ ਦੇਖ ਲਏ, ਸਾਰਾ ਕੁਝ ਹੋ ਲਿਆ, ਤਸ਼ੱਦਦ ਹੋ ਲਿਆ, ਸਾਰਾ ਕੁਝ ਹੋ ਗਿਆ, ਲੋਕਾਂ ਦੀ ਮੌਤ ਤੱਕ ਹੋ ਚੁੱਕੀ ਆ, ਲੇਕਿਨ ਕੋਈ ਵੀ, ਨਾ ਕੋਈ ਕੋਰਟ, ਨਾ ਹੀ ਕੋਈ ਪੋਲੀਟੀਕਲ ਪਾਰਟੀ, ਕਿਸੇ ਤਰ੍ਹਾਂ ਦਾ ਕੋਈ ਹਾਂ ਦਾ ਨਾਰਾ ਹੀ ਨਹੀਂ ਹੈ ਲੋਕਾਂ ਦੇ ਲਈ। ਹੱਦ ਹੈ ਨਾ ਇਸ ਗੱਲ ਦੀ। ਫਿਰ ਉਹ ਮੰਨਣ ਕਿਉਂ ਕਿਸੇ ਦੀ? ਉਹ ਵੀ ਸਾਫ਼ ਨੇ, ਉਹ ਸੱਚੇ ਨੇ। ਜਾਂ ਤਾਂ ਸਿੱਧਾ ਦਖਲਅੰਦਾਜ਼ੀ ਹੁੰਦੀ ਕਿਸੇ ਤਰ੍ਹਾਂ ਦੀ ਕਿ ਹਾਂ ਇਹ ਬੈਠੇ ਕਿਉਂ ਨੇ, ਸਰਕਾਰ ਨੂੰ ਜਵਾਬ ਤਲਬੀ ਕੀਤੀ ਜਾਂਦੀ, ਸਰਕਾਰ ਨੂੰ ਖਿੱਚਿਆ ਜਾਂਦਾ, ਕੋਰਟ 'ਚ ਖਿੱਚਿਆ ਜਾਂਦਾ, ਕਟਹਿਰੇ 'ਚ ਖੜਾ ਕੀਤਾ ਜਾਂਦਾ ਕਿ ਭਾਈ ਇਹ ਇੰਨੇ ਦਿਨ ਹੋ ਗਏ, ਹਫ਼ਤਾ 10 ਦਿਨ ਬਾਅਦ ਹੀ ਸਰਕਾਰ ਦਾ ਫੜ ਲੈਣਾ ਸੀ ਸਰਕਾਰ ਨੂੰ ਕੋਰਟ ਨੇ, ਜੇ ਐਡੀ ਗੱਲ ਹੁੰਦੀ। ਤੇ ਹੁਣ ਜਾ ਕੇ ਜੇ ਸਰਕਾਰ ਦੇ ਕਹੇ ਤੋਂ ਜੀ ਸਾਡੇ ਕੋਲ ਪਟੀਸ਼ਨ ਆ ਗਈ, ਅਸੀਂ ਹੁਣ ਸੁਣਵਾਈ ਕਰਾਂਗੇ, ਇਹ ਤਾਂ ਗੱਲ ਨਹੀਂ ਨਾ ਬਣਦੀ। ਫਿਰ ਕਿਸਾਨ ਕਿਉਂ ਮੰਨਣ? ਹੁਣ ਉਹ ਬਕਾਇਦਾ ਤੌਰ ਤੇ ਗੱਲ ਕਹਿ ਹੀ ਰਹੇ ਨੇ ਕਿ 15 ਤਰੀਕ ਦੀ ਜਿਹੜੀ ਮੀਟਿੰਗ ਹੈ ਹੁੰਦੀ ਹੋਵੇ, ਨਹੀਂ ਹੁੰਦੀ ਨਾ ਹੋਵੇ। 26 ਤਰੀਕ ਦੀ ਜਿਹੜੀ ਇਹਨਾਂ ਦੀ ਰਣਨੀਤੀ ਹੈ ਉਹ ਨਹੀਂ ਪਿੱਛੇ ਹਟਦੇ, ਪੈਰ ਨਹੀਂ ਪਿੱਛੇ ਹਟਦੇ। ਹੁਣ ਜਦੋਂ ਲਿਖ ਕੇ ਹੀ ਦੱਸਤਾ ਅਗਲੇ ਨੇ ਕਿ ਜਾਂ ਮਰਾਂਗੇ ਜਾਂ ਜਿੱਤਾਂਗੇ, ਤੇ ਹੁਣ ਤਾਂ ਗੱਲ ਹੀ ਕੋਈ ਨਹੀਂ। ਅੱਜ ਮੌਨ ਰੱਖਿਆ, ਪਹਿਲਾਂ ਤਲਖੀ ਹੋਈ, ਤਲਖੀ ਤੋਂ ਬਾਅਦ ਉਹ ਕਹਿੰਦੇ ਫਿਰ ਸੋਧਾਂ 'ਤੇ ਵਿਚਾਰ ਕਰੋ ਜੀ, ਕਾਨੂੰਨ 'ਤੇ ਚਰਚਾ ਕਰੋ ਜੀ। ਉਹ ਕਹਿੰਦੇ ਕਾਨੂੰਨ 'ਤੇ ਚਰਚਾ ਕਰਨ ਆਏ ਹੀ ਨਹੀਂ ਅਸੀਂ। ਆਹ ਮੀਟਿੰਗਾਂ ਕਰੀ ਜਾਂਦੇ ਤੁਸੀਂ ਬਿਨਾਂ ਗੱਲ ਤੋਂ। ਤੁਸੀਂ ਸੱਦੋ ਹੁਣ ਮੀਟਿੰਗ, ਉਹ ਸੱਦੋ ਵੀ ਰੱਦ ਕਰਨ ਜਾ ਰਹੇ ਭਾਈ, ਆ ਜਾਓ ਹੁਣ ਮੀਟਿੰਗ ਸੱਦੋ। ਪਰਮਿੰਦਰ ਜੀ, ਮੀਟਿੰਗ ਤੋਂ ਐਨ ਪਹਿਲਾਂ ਜਦੋਂ ਆਪਾਂ ਦੇਖੀਏ ਕਿ ਬਾਬਾ ਲੱਖਾ ਸਿੰਘ ਜਿਹੜੇ ਨਾਨਕਸਰ ਵਾਲੇ, ਉਹਨਾਂ ਨਾਲ ਜਦੋਂ ਗੱਲਬਾਤ ਹੁੰਦੀ ਆ, ਹਾਲੇ ਤਾਂ ਕੋਈ ਨਿਕਲਦਾ ਨਹੀਂ। ਲੋਕ ਕਹਿੰਦੇ ਨੇ ਕਿ ਸਰਕਾਰੀ ਸਾਧ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆ ਗਏ, ਸਾਰਾ ਕੁਝ ਜਿਹੜਾ ਹੁਣ ਅੱਖਾਂ ਦੇ ਸਾਹਮਣੇ ਆ ਰਿਹਾ ਵੀ ਉਹੀ ਕਿਉਂ ਗਏ। ਦੂਜੀ ਗੱਲ ਇਹ ਕਿ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਬਾਬੇ ਆਪਣਾ ਕੰਮ ਕਰਨ, ਉਹ ਪਾਠ ਭਜਨ ਕਰਨ। ਇਹ ਮਸਲਾ ਕਿਸਾਨਾਂ ਤੇ ਕੇਂਦਰ ਦਾ ਹੈ, ਸਰਕਾਰ ਦੇ ਨਾਲ ਗੱਲਬਾਤ ਹੈ। ਐਵੇਂ ਥੋੜੀ ਨਾ ਏਡੇ ਵੱਡੇ ਬੁੱਧੀਜੀਵੀ ਬੈਠੇ ਨੇ ਉੱਥੇ, ਉਹ ਵਿੱਚ ਇਸ ਚੀਜ਼ ਨੂੰ ਲੈ ਕੇ ਇੱਕ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਕਿ ਧਾਰਮਿਕ ਪੱਤਾ ਉਹੀ ਰੰਗ ਜਿਹੜਾ ਬੀਜੇਪੀ ਅੱਗੇ ਦਿਖਾਉਂਦੀ ਹੈ। ਸੁਖਵਿੰਦਰ ਜੀ, ਇਹ ਤਾਂ ਗੱਲ ਹੁਣ ਸਪਸ਼ਟ ਹੁੰਦੀ ਜਾ ਰਹੀ ਹੈ ਕਿ ਜਿੱਦਾਂ ਲੋਕ ਕਹਿੰਦੇ ਹੁੰਦੇ ਸੀਗੇ ਡੇਰੇ ਜਿਹੜੇ ਹੈਗੇ ਨੇ ਇਹ ਪੋਲੀਟੀਕਲ ਸ਼ਹਿ ਤੇ ਪਲਦੇ ਨੇ, ਇਹ ਠੀਕ ਹੈ, ਉਹ ਸਾਫ਼ ਹੋ ਰਿਹਾ ਹੁਣ। ਪੋਲੀਟਿਕਸ ਦੀ ਕਿਤੇ ਨਾ ਕਿਤੇ ਸ਼ਹਿ ਹੁੰਦੀ ਹੈ, ਰਾਜਨੀਤਿਕ ਲੋਕਾਂ ਦੀ ਸ਼ਹਿ ਹੁੰਦੀ ਹੈ, ਤੇ ਇਹ ਲੋਕ ਥਾਪੇ ਜਾਂਦੇ ਨੇ ਇਹ, ਤੇ ਇਹ ਵੋਟ ਬੈਂਕ ਨੇ ਪੋਲੀਟੀਕਲ ਪਾਰਟੀਆਂ ਦਾ। ਤੇ ਜਦੋਂ ਜੀ ਚਾਹੀਦਾ ਇਹਨਾਂ ਨੂੰ ਵਰਤ ਲਿਆ ਜਾਂਦਾ, ਜਦੋਂ ਜੀ ਚਾਹੇ ਇਹਨਾਂ ਨੂੰ ਚੁੱਪ ਕਰਕੇ ਬੈਠਣ ਨੂੰ ਕਿਹਾ ਜਾਂਦਾ। ਅੱਜ ਬਾਬਾ ਲੱਖਾ ਸਿੰਘ ਉੱਠ ਕੇ ਆ ਗਿਆ, ਉਹਨੂੰ ਪਹਿਲਾਂ ਨਹੀਂ ਦਿਖਦੇ ਸੀ ਕਿਸਾਨ ਬੈਠੇ, ਉਹਨੇ ਪਹਿਲਾਂ ਕਦੇ ਕਦਮ ਚੁੱਕਿਆ? ਅੱਜ ਉਹ ਜਾ ਕੇ ਜੇ ਸਰਕਾਰ ਨੇ ਬੁਲਾ ਲਿਆ ਤੇ ਉਹਦੀ ਝੋਲੀ ਚੁੱਕ ਬਣ ਕੇ ਸਰਕਾਰ ਦਾ, ਤੇ ਅੱਜ ਆ ਕੇ ਉੱਥੋਂ ਵਿਚੋਲਗੀ ਕਰਨ ਲੱਗ ਗਿਆ। ਤੇ ਉਹ ਗੱਲ ਨਹੀਂ ਫੱਬਦੀ ਇੱਥੇ। ਧਰਮ ਦਾ ਕੰਮ ਕਰਦੇ ਤਾਂ ਧਰਮ ਦਾ ਹੀ ਕਰੋ ਜਾ ਕੇ, ਟਿੱਕੇ। ਜੇ ਰਾਜਨੀਤੀ ਕਰਨੀ ਸੀ ਤਾਂ ਰਾਜਨੀਤਿਕ ਪਾਰਟੀ ਬਣਾ ਕੇ ਆਪਣਾ ਵੋਟਾਂ ਲੜ ਲਓ। ਧਰਮ ਤੇ ਰਾਜਨੀਤੀ ਜੇ ਨਾਲ ਚੱਲਦੇ ਨੇ ਤਾਂ ਤੁਸੀਂ ਸਿੱਧੇ ਆ ਕੇ ਲੜੋ ਨਾ। ਤੇ ਆਹ ਚੀਜ਼ਾਂ ਕਰਕੇ ਵੀ ਕਿਸੇ ਦੀ ਝੋਲੀ ਚੁੱਕ ਬਣ ਕੇ ਤੁਸੀਂ ਆ ਕੇ ਬੈਠ ਜਾਂਦੇ ਹੋ। ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦੇ ਕਿਸਾਨ ਨੇ ਜਿਨ੍ਹਾਂ ਤੋਂ ਲੈ ਕੇ ਤੁਸੀਂ ਖਾਂਦੇ ਹੋ, ਠੀਕ ਹੈ, ਬੋਰੀਆਂ ਸੱਟਦੇ ਹੋ, ਕਾਰ ਸੇਵਾ ਹੁੰਦੀ ਹੈ, ਜਾਂ ਜਾ ਕੇ ਗੁਰਦੁਆਰਿਆਂ 'ਚ ਮੰਦਿਰਾਂ ਦੇ ਵਿੱਚ ਜਾ ਕੇ ਇਹ ਮੱਥੇ ਟੇਕਦੇ ਨੇ, ਅਨਾਜ ਪਹੁੰਚਾਉਂਦੇ ਨੇ ਫ੍ਰੀ ਆਫ ਕਾਸਟ ਕਹਿ ਲਓ, ਠੀਕ ਹੈ, ਉਹਨਾਂ ਦੇ ਨਾਲ ਖੜਦੇ ਤੁਸੀਂ ਜਾ ਕੇ, ਉਹਨਾਂ ਦੇ ਨਾਲ ਬੈਠਦੇ ਜਾ ਕੇ। ਤੇ ਜੇ ਸਰਕਾਰ ਨੇ ਤੁਹਾਨੂੰ ਬੁਲਾਇਆ ਸੀ, 2 ਟੁਕ ਜਵਾਬ ਦੇਣਾ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਕਿਸਾਨ ਰੱਦ ਕਰੋ ਇਹ। ਤੇ ਇਹ ਗੱਲ ਨਹੀਂ, ਵਿਚੋਲਗਰੀ ਕਰਨ ਲੱਗੇ, ਸੁਝਾਅ ਦੇਣ ਲੱਗੇ ਕਿ ਹਾਂ ਸੋਧਾਂ ਕਬੂਲ ਕਰ ਲਓ, ਸੋਧਾਂ ਨੂੰ ਕਰ ਲਓ। ਲੋਕ ਨਾ ਇਸ ਸਭ ਦੇ ਵਿਚਾਲੇ ਇਹ ਵੀ ਦੇਖਦੇ ਨੇ ਕਿ ਜਿਸ ਤਰੀਕੇ ਦੇ ਨਾਲ ਰਾਮ ਰਹੀਮ ਦੀ ਵੀਡੀਓ ਵਾਇਰਲ ਹੋਈ, ਉਹ ਵੀ ਇਸ ਸਮੇਂ ਦੇ ਵਿੱਚ ਸਮਾਂ ਜਿਹੜਾ ਉਹ ਬੇਹੱਦ ਜਿਹੜਾ ਹਾਲਾਤ ਇਦਾਂ ਦੇ ਚੱਲ ਰਹੇ ਨੇ ਕਿ ਤੁਸੀਂ ਉਸ ਵਿਚਾਲੇ ਰਾਮ ਰਹੀਮ ਦੀ ਵੀਡੀਓ ਵਾਇਰਲ ਕਰਦੇ ਹੋ। ਲੋਕਾਂ ਦੇ ਵਿੱਚ ਹੁਣ ਲਾ ਲਓ ਕਿ ਲੋਕ ਤੰਜ ਵੀ ਕੱਸਦੇ ਨੇ ਕਿ ਇਹਨਾਂ ਨੇ ਰਾਮ ਰਹੀਮ ਨੂੰ ਵੀ ਵਰਤ ਲੈਣਾ ਸੀ। ਜੇ ਕਿਤੇ ਇਹਨਾਂ ਨੂੰ ਲੱਗਦਾ ਨਾ ਕਿ ਇਹਨਾਂ ਦਾ ਪ੍ਰਭਾਵ ਜਿਹੜਾ ਆ ਉਹ ਕਿਤੇ ਕਿਸਾਨ ਅੰਦੋਲਨ ਤੇ ਹੁੰਦਾ, ਜਿਵੇਂ ਵੋਟਾਂ ਦੇ ਪ੍ਰਭਾਵ ਜਿੱਥੇ ਹੁੰਦਾ ਉੱਥੇ ਵਰਤ ਲੈਂਦੇ ਬਾਬਿਆਂ ਨੂੰ, ਤਾਂ ਇੱਥੇ ਹੀ ਵਰਤ ਲੈਣਾ ਸੀਗਾ। ਇੱਕ ਪਾੜਾ ਪਾਉਣ ਦੀ ਕੋਸ਼ਿਸ਼ ਜਿਹੜੀ ਹੈ। ਬਿਲਕੁਲ ਸੁਖਵਿੰਦਰ ਜੀ, ਵਰਤਿਆ ਜਾਊਗਾ। ਵੋਟਾਂ ਆਉਣ ਦਾ ਦੋ ਆਪਾਂ ਤਾਂ ਇਹ ਵੀ ਸੋਚ ਸਕਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਬਾਪੂ ਆਸਾ ਰਾਮ ਹੈ, ਰਾਮ ਰਹੀਮ ਹੈ, ਜਾਂ ਰਾਮਪਾਲ ਹੈ, ਜਾਂ ਹੋਰ ਜਿਹੜੇ ਅੰਦਰ ਗਏ ਹੋਏ ਨੇ, ਕਿਤੇ ਸਾਰੇ ਨਾ ਬਾਹਰ ਆ ਜਾਣ ਜਾਂ ਪੈਰੋਲਾਂ ਨਾ ਮਿਲ ਜਾਣ ਇਹਨਾਂ ਨੂੰ ਵੋਟਾਂ ਵੇਲੇ, ਠੀਕ ਹੈ। ਇਹ ਸਾਰੇ ਵੋਟ ਬੈਂਕ ਨੇ,
ਇਕੱਤਰ ਕਰੇ ਹੋਏ ਨੇ ਵੋਟ ਬੈਂਕ। ਇਹ ਹੁਣ ਜੇ ਡੇਰਿਆਂ ਦੀ ਗੱਲ ਕਰਦੇ ਹੋ, ਉਹ ਨੂਰ ਮਹਿਲ ਵਾਲਾ ਡੇਰਾ, ਉੱਥੇ ਕੀ ਆ ਤੁਸੀਂ ਦੇਖੋ, ਹੁਣ ਤੱਕ ਕੋਈ ਫੈਸਲਾ ਨਹੀਂ ਆ ਸਕਿਆ। ਉਹ ਕਹਿੰਦੇ ਸਮਾਧੀ 'ਚ ਹੈ, ਕੋਈ ਕਹਿੰਦਾ ਡੈਥ ਹੋ ਗਈ ਉਹਦੀ, ਉਹਦੇ ਤੇ ਕੋਈ ਫੈਸਲਾ ਹੀ ਨਹੀਂ ਆਉਣ ਦੇ ਰਹੀ ਸਰਕਾਰਾਂ। ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਨੇ। ਇਹਨਾਂ ਨੂੰ ਕਿਵੇਂ ਵਰਤਣਾ ਹੈ, ਕਦੋਂ ਵਰਤਣਾ ਹੈ, ਉਹਨਾਂ ਦੇ ਬੰਦੇ ਥਾਪੇ ਹੋਏ ਨੇ, ਉਹਨਾਂ ਨੂੰ ਬਿਠਾਇਆ, ਉਹਨਾਂ ਨੇ ਪੂਰੀ ਸ਼ਹਿ ਹੁੰਦੀ ਹੈ, ਬੋਡੀਗਾਰਡ ਤੱਕ ਮਿਲੇ ਹੁੰਦੇ ਨੇ, ਗੱਡੀਆਂ ਤੱਕ ਮਿਲੀਆਂ ਹੁੰਦੀਆਂ ਨੇ। ਕੋਈ ਉਹਨਾਂ ਦੀ ਜਿਹੜੀ ਆਮਦਨ ਹੈ ਕਿੱਥੋਂ ਆ ਰਹੀ ਹੈ, ਕਿਵੇਂ ਉਹ ਪ੍ਰਫੁੱਲਤ ਹੋਏ, ਕੁਛ ਨਹੀਂ। ਕੋਈ ਉਹਨਾਂ ਦਾ ਆਡਿਟਰ ਨਹੀਂ ਹੁੰਦਾ। ਧਰਮ ਦੇ ਨਾਂ ਤੇ ਕਹਿ ਕੇ ਬਈ ਹਾਂ ਇਹ ਧਰਮ ਦੇ ਨਾਂ ਤੇ ਚੰਦਾ ਇਕੱਠਾ ਹੋ ਰਿਹਾ ਜੀ, ਦਾਨ ਆਇਆ ਜੀ, ਉਹ ਸਭ ਮੰਦਿਰਾਂ, ਗੁਰਦੁਆਰਿਆਂ, ਮਸਜਿਦਾਂ ਸਾਰਾ ਕੁਝ ਇਹੀ ਚੱਲਦਾ। ਚਲੋ ਉਹ ਗੱਲ ਇੱਕ ਵੱਖਰੀ ਆ। ਗੱਲ ਤਾਂ ਇਹ ਕਿ ਜੇ ਉਹ ਤੋਂ ਧਰਮ ਕਿਹੜਾ ਜਿਹੜਾ ਲੋਕਾਂ ਦੇ ਹਿੱਤ 'ਚ ਨਹੀਂ ਜਾਂਦਾ। ਜੇ ਤੁਸੀਂ ਆਹ ਗੱਲ ਕਰਦੇ ਹੋ ਤੇ ਸਿੱਖ ਧਰਮ ਤਾਂ ਕਹਿੰਦੇ ਸਰਬੱਤ ਦਾ ਭਲਾ, ਤੇ ਤੁਸੀਂ ਜਾ ਕੇ ਉਹ ਲੋਕ ਵਿਚਾਰੇ ਮਰ ਰਹੇ ਨੇ, ਤੁਸੀਂ ਜਾ ਕੇ ਕਹਿ ਰਹੇ ਹੋ ਕਿ ਨਹੀਂ ਜੀ ਸਰਕਾਰ ਠੀਕ ਹੈ। ਇਹ ਕਿੱਥੋਂ ਦਾ ਇਨਸਾਫ ਹੈ? ਕਾਹਦੇ ਧਾਰਮਿਕ ਲੋਕ ਹੋਏ ਤੁਸੀਂ ਤਾਂ ਪੋਲੀਟੀਸ਼ੀਅਨਾਂ ਤੋਂ ਵੀ ਪਰੇ ਗਏ ਗੁਜ਼ਰੇ ਹੋ। ਬਿਲਕੁਲ ਚਾਹੀਦਾ ਤਾਂ ਇਹ ਸੀ ਕਿ ਉੱਥੇ ਜਾ ਕੇ ਕੇਂਦਰ ਦੇ ਨਾਲ ਗੱਲਬਾਤ ਜਦੋਂ ਹੁੰਦੀ ਆ ਤਾਂ ਉੱਥੇ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਜਾਵੇ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿਓ। ਜਦੋਂ ਕਿਸਾਨ ਹਰ ਰੋਜ਼ ਜਿਹੜੀਆਂ ਉਹ ਮੌਤਾਂ ਹੋ ਰਹੀਆਂ, ਨੌਜਵਾਨ ਜਿਹੜੇ ਨੇ ਉਹ ਆਪਣੇ ਸਰੀਰ ਛੱਡ ਰਹੇ ਨੇ, ਲਗਾਤਾਰ ਅੱਤ ਦੀ ਸਰਦੀ ਜਿਹੜੀ ਉੱਥੇ ਵੱਧਦੀ ਜਾ ਰਹੀ ਹੈ, ਨਿੱਕੇ ਨਿੱਕੇ ਬੱਚੇ ਬੈਠੇ ਨੇ, ਉਹਨਾਂ ਦੇ ਵਿੱਚ ਆ ਕੇ ਜਿਹੜਾ ਅਜਿਹੇ ਸਾਧਾਂ ਨੂੰ ਜੇ ਤੁਸੀਂ ਵਿਚੋਲੀਆ ਬਣਨਾ ਤਾਂ ਵਿਚੋਲੀਏ ਇਸ ਤਰੀਕੇ ਦੇ ਨਾਲ ਬਣੋ ਕਿ ਕਿਸਾਨਾਂ ਦਾ ਮਸਲਾ ਹੱਲ ਹੋਵੇ, ਗੱਲ ਪੰਜਾਬ ਦੀ ਹੋਵੇ। ਤੁਸੀਂ ਜਾ ਕੇ ਜਦੋਂ ਕੇਂਦਰ ਦੇ ਪਾਲੇ ਵਿੱਚ ਬਹਿ ਜਾਂਦੇ ਹੋ ਤਾਂ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ। ਅਗਲੀ ਮੀਟਿੰਗ ਹੁਣ 15 ਤਰੀਕ ਨੂੰ ਹੈ, ਕਿਸਾਨਾਂ ਦੇ ਵਿਚਾਲੇ ਕੀ ਰਣਨੀਤੀ ਕਿੰਨੀ ਕੁ ਮਜ਼ਬੂਤ ਹੁੰਦੀ ਹੈ, 26 ਜਨਵਰੀ ਨੂੰ ਕਿਸ ਤਰ੍ਹਾਂ ਦਾ ਜਿਹੜਾ ਉਹ ਜਿਵੇਂ ਚੜ੍ਹਾਈ ਕਿਸਾਨਾਂ ਨੇ ਲਾ ਲਓ ਕਿ ਦਿੱਲੀ ਦੇ ਵਿੱਚ 26 ਜਨਵਰੀ ਮਨਾਉਣੀ ਹੈ ਤਾਂ ਉਹ ਕਿੱਦਾਂ ਦੀ ਹੁੰਦੀ ਹੈ, ਹੁਣ ਲੋਹੜੀ ਆ ਰਹੀ ਹੈ ਵਿੱਚ, ਇਸ ਸਭ ਦੇ ਉੱਤੇ ਨਜ਼ਰ ਬਣੀ ਰਹੇਗੀ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਮੈਨੂੰ ਇਜਾਜ਼ਤ ਦਿਓ, ਧੰਨਵਾਦ।